सड़कों से बिठाने वाला मोदी मुर्दाबाद मुर्दाबाद मुर्दाबाद। किसानों नूं गर्म सड़कों से रोलण वाला मोदी मुर्दाबाद मुर्दाबाद मुर्दाबाद। ਇਹਦੀ ਜਾਨ ਨੂੰ ਰੋਣ ਡਏ ਆ। ਅੱਜ ਹਾਰ ਕੇ ਇਹਨੂੰ ਖਰੇ ਪਤਾ ਨਹੀਂ ਅਟੈਕ ਹੋ ਗਿਆ ਕਿ ਕਰੋਨਾ ਹੋ गई है। सानू नहीं दसिया कि ये कोई ऑक्सीजन मुक गई है तां ਇਹਦੀ मौत हो चुकी। मर गया मोदी हाय हाय ये जहरीला सप है हरी का नाम हरी। ਇਹ ਅਸੀਂ 5 ਮਹੀਨਿਆਂ ਤੋਂ ਕਰਨ ਲਈ ਕਾਨੂੰਨ ਬੈਠੇ ਹਾਂ। ਅਸੀਂ ਆਪ ਹੀ ਹੁਣ ਕਰ ਲਾਂਗੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਲ ਅਸੀਂ ਮੌਜੂਦ ਆ ਤੇ ਇੱਥੇ ਸਾਰੇ ਲੋਕ ਕਿਸਾਨ ਜਿਹੜੇ ਨੇ ਇਕੱਠੇ ਹੋਏ ਨੇ ਤੇ ਇੱਥੇ ਪੁਤਲਾ ਫੂਕਿਆ ਜਾ ਰਿਹਾ ਹੈ। ਬਾਬਾ ਜੀ ਕਿਉਂ ਪੁਤਲਾ ਫੂਕਿਆ ਅੱਜ? इसने साडे काले कानून जिहड़े रद्द नहीं कीते 5-6 महीनों तो बैठे हाँ। ਇਹਦੀ जान नूं रोण डए आ। अज हार के ਇਹਨੂੰ खरे पता नहीं अटैक हो गया कि करोना हो गई है। सानू नहीं दसिया कि ये कोई ऑक्सीजन मुक गई है तां ਇਹਦੀ मौत हो चुकी है। ਇਸ ਕਰਕੇ ਫਿਰ ਤੁਸੀਂ पुतला फूकिया। हाँ जी इसलिए इस लगा पुतला जो मौत ही होगी तो पुतला फूकना ही फूकना पैना सी। हाँ ਤੁਸੀਂ ਕੀ ਕਹੋਗੇ? ਇਹ ਮੋਦੀ ਨੂੰ ਕਰੋਨਾ ਹੋ ਗਈ ਆ। ਕਰੋਨਾ ਦੇ ਵਿੱਚ ਉਹਦੀ ਡੈਥ ਹੋ ਚੁੱਕੀ ਆ। ਹੁਣ ਅਸੀਂ ਮੋਦੀ ਦਾ ਪੁਤਲਾ ਫੂਕਿਆ ਵਾ। ਹਾਂਜੀ ਕੀ ਲੱਗਦਾ ਹੈ ਵੀ ਇਹ ਕਰਕੇ ਕਾਨੂੰਨ ਕੀ ਕਾਨੂੰਨ ਇਹਨੇ ਰੱਦ ਨਹੀਂ ਕੀਤੇ। ਹੁਣ ਤੋਮਰ ਤੋਂ ਅਸੀਂ ਕਾਨੂੰਨ ਰੱਦ ਕਰਾਵਾਂਗੇ ਅਮਿਤ ਸ਼ਾਹ ਨੂੰ, ਨਹੀਂ ਤਾਂ ਫਿਰ ਉਹਨਾਂ ਨਾਲ ਵੀ ਐਵੇਂ ਇਸੇ ਤਰ੍ਹਾਂ ਹੀ ਹੋਊਗਾ। ਸਾਡੇ ਛੇਤੀ ਕਾਨੂੰਨ ਰੱਦ ਕਰ ਦੇਣ। ਸਾਡੇ ਕਿਸਾਨ 5-6 ਮਹੀਨਿਆਂ ਤੋਂ ਸਾਡੀਆਂ ਇੱਥੇ ਮਾਮਾ ਸਾਡੇ ਪਿਤਾ ਸਤਿਕਾਰਯੋਗ ਬਜ਼ੁਰਗ ਸਾਡੇ ਵੱਡੇ ਭਰਾ ਛੋਟੇ ਵੀਰ ਅੱਜ ਸੜਕਾਂ 'ਤੇ ਬੈਠੇ ਆ। ਇਹ ਸਰਕਾਰ ਦੇ ਕੰਨਾਂ 'ਚ ਇੱਕ ਜੂੰ ਨਹੀਂ ਖੜਕਦੀ ਮਰ ਜੀ ਵੀ। ਇਹ ਐਡੀ ਮਾੜੀ ਸਰਕਾਰ ਆ ਜਿਹਦਾ ਕੋਈ ਹਿਸਾਬ ਕਿਤਾਬ ਵੀ ਕੋਈ ਨਹੀਂਗਾ ਜੀ। ਅੱਜ ਕਿਵੇਂ ਸੋਚਿਆ ਜੀ? ਜ਼ਿਲ੍ਹਾ ਪ੍ਰਧਾਨ ਹਾਂਜੀ ਅੱਜ ਕਿਵੇਂ ਸੋਚਿਆ ਵੀ ਪੁਤਲਾ ਫੂਕਿਆ ਜਾਵੇ? ਵੇਖੋ ਜੀ ਇਹ ਸਾਡਾ ਇੱਕ ਰੋਸ ਮੁਜ਼ਾਹਰੇ ਦਾ ਸਾਡਾ ਢੰਗ ਤਰੀਕਾ ਆ। ਇਹ ਜੋ ਗੂੰਗੀਆਂ ਬੋਲੀਆਂ ਸਰਕਾਰਾਂ ਜਿਹੜੀਆਂ ਮਰ ਚੁੱਕੀਆਂ ਖਤਮ ਹੋ ਜਾਂਦੀਆਂ ਇੱਕ ਜਗਾਉਣ ਦਾ ਉਹਨਾਂ ਨੂੰ ਜਰੀਆ ਆ। ਉਸੇ ਦੇ ਸਬੰਧ ਦੇ ਵਿੱਚ ਜਿਹੜਾ ਅੱਜ ਮੋਦੀ ਸਰਕਾਰ ਦਾ ਤੋਮਰ ਦਾ ਤੇ ਅਮਿਤ ਸ਼ਾਹ ਦਾ ਇਹਨਾਂ ਦਾ ਤਿੰਨਾਂ ਦਾ ਜਿਹੜਾ ਇੱਥੇ ਆ ਅਸੀਂ ਰੋਸ ਵਜੋਂ ਆ 6 ਮਹੀਨੇ ਹੋ ਚੱਲੇ ਇੱਥੇ ਕਿਸਾਨਾਂ ਨੂੰ ਬੈਠਿਆਂ ਨੂੰ। ਇਹ ਜਿਹੜੀਆਂ ਗੂੰਗੀਆਂ ਬੋਲੀਆਂ ਸਰਕਾਰਾਂ ਆ ਇਹ ਸਾਰ ਨਹੀਂ ਲੈ ਰਹੀਆਂ। ਕਿਸਾਨ ਜਿਹੜੇ ਆ ਆਪਣੇ ਅੱਤ ਦੇ ਕੰਮ ਰਜੇਵੇ ਛੱਡ ਕੇ ਇੰਨੀ ਵੱਡੀ ਗਰਮੀ ਦੇ ਵਿੱਚ ਇੱਥੇ ਸੜਕਾਂ ਦੇ ਉੱਤੇ ਪਿਛਲਾ ਸਿਆਲ ਵੀ ਸਾਰਾ ਇੱਥੇ ਕੱਢਿਆ ਆ ਤੇ ਗਰਮੀਆਂ ਵੀ ਇੱਥੇ ਆ ਰਹੀਆਂ ਆ। ਤੇ ਮਾੜੀਆਂ ਜਿਹੜੀਆਂ ਨਕਮੀਆਂ ਸਰਕਾਰਾਂ ਆ ਜਿਹੜੀਆਂ ਸਾਡੇ ਪੱਲੇ ਪੈ ਚੁੱਕੀਆਂ ਆ। ਜਿਹੜਾ ਦੇਸ਼ ਇਸ ਵੇਲੇ ਤਰਾਹ ਕਰ ਰਿਹਾ ਆ। ਇਸ ਟਾਈਮ ਤੇ ਜਿਹੜੀ ਜਿਣਸ ਆ ਕਣਕ ਦੀ ਆ ਉਹ ਮੰਡੀਆਂ ਦੇ ਵਿੱਚ ਰੋਲ ਰਹੀ ਆ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਦੇਸ਼ ਦਾ ਵੀ ਹੋ ਰਿਹਾ ਕਿਸਾਨਾਂ ਦਾ ਵੀ ਹੋ ਰਿਹਾ। ਇੱਥੇ ਵੀ ਜਿਹੜੇ ਕਿਸਾਨ ਆ ਬਾਰਡਰਾਂ ਦੇ ਉੱਪਰ ਵੀ ਮਰ ਰਹੇ ਆ ਪਛਤਾ ਰਹੇ ਆ। ਉਧਰ ਸਾਡੇ ਜਿਹੜੇ ਕਿਸਾਨ ਆ ਮੰਡੀਆਂ ਦੇ ਵਿੱਚ ਜਿਹੜੇ ਆੜਤੀਏ ਆ ਉਹ ਬਾਹਰ ਦਾਣਾ ਲੈਣ ਨੂੰ ਤਰਸ ਰਹੇ ਆ। ਬਹੁਤ ਵੱਡੀ ਅਫੜਾ ਦਫੜੀ ਬਣੀ ਆ। ਜਿਹੜਾ ਆਕਸੀਜਨ ਦਾ ਮੁੱਕਣ ਦਾ ਪ੍ਰਬੰਧ ਆ ਉਹ ਵੀ ਵੇਖ ਰਹੇ ਆ ਵੀ ਇਹ ਜੇ ਤਰੀਕੇ ਨਾਲ ਮੋਦੀ ਸਰਕਾਰ ਸਾਹਿਬ ਕੋ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਆ ਤੇ ਇਸ ਤਰੀਕੇ ਨਾਲ ਸਾਨੂੰ ਸਾਰੀਆਂ ਚੀਜ਼ਾਂ ਨੂੰ ਇਸੇ ਤਰੀਕੇ ਨਾਲ ਹੀ ਤਰਸਣਾ ਪਏਗਾ। ਜੇ ਅੱਜ ਆਕਸੀਜਨ ਨਹੀਂ ਮਿਲ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਟੇ ਨੂੰ ਕਣਕ ਨੂੰ ਹੋਰ ਲੜਨੀਆਂ ਚੀਜ਼ਾਂ ਨੂੰ ਵੀ ਇਸੇ ਤਰੀਕੇ ਨਾਲ ਇਹ ਥੋੜ ਪੈਦਾ ਕਰਨਗੇ ਤੇ ਥੋੜ ਪੈਦਾ ਕਰਨ ਤੋਂ ਬਾਅਦ ਜਿਹੜੀ ਆ ਜਦੋਂ ਉਹਦੀ ਜ਼ਰੂਰਤ ਵਧੇਗੀ ਤੇ ਲੋਕਾਂ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੀ ਅਫੜਾ ਦਫੜੀ ਆ ਉਹ ਵਧੇਗੀ। ਇਸ ਵੇਲੇ ਜੇ ਗੱਲ ਕਰੀਏ ਇੱਧਰ ਆਜੋ ਜੀ ਇਸ ਵੇਲੇ ਸਰਕਾਰ ਜਿਹੜੀ ਹੈ ਕਰੋਨਾ ਕਰਕੇ ਵੀ ਕਹਿ ਰਹੇ ਨੇ ਇੱਕ ਪਾਸੇ ਆਕਸੀਜਨ ਨਹੀਂ ਪੂਰੀ ਹੋ ਰਹੀ ਜਿਵੇਂ ਤੁਸੀਂ ਬਾਰਦਾਨੇ ਦੀ ਗੱਲ ਕੀਤੀ ਹੈ ਉਹ ਵੀ ਪੂਰੀ ਨਹੀਂ ਹੋ ਰਹੀ ਪਰ ਸਰਕਾਰ ਜਿਹੜੀ ਹੈ ਉਹਦਾ ਧਿਆਨ ਇਸ ਵੇਲੇ ਇਲੈਕਸ਼ਨਾਂ ਵੱਲ ਲੱਗਿਆ ਹੋਇਆ ਸੀ ਕਿਉਂਕਿ ਕੱਲ ਨੂੰ ਬੰਗਾਲ ਦਾ ਰਿਜ਼ਲਟ ਵੀ ਹੋਣਾ ਹੈ। ਇੱਕ ਪਾਸੇ ਦੇਸ਼ 'ਚ ਹਾਹਾਕਾਰ ਮਚ ਰਹੀ ਹੈ ਦੂਸਰੇ ਪਾਸੇ ਇਲੈਕਸ਼ਨ ਵੱਲ ਜ਼ਿਆਦਾ ਧਿਆਨ ਹੈ। ਇਹਨਾਂ ਨੂੰ ਕਿਵੇਂ ਦੇਖਦੇ ਹੋ? ਸਰਕਾਰ ਦੀ ਨਜ਼ਰ ਇੱਧਰ ਕਿਸਾਨਾਂ ਤੇ ਪਾਊਗੀ? ਵੇਖੋ ਜਿਹੜੀਆਂ ਸਰਕਾਰਾਂ ਆ ਇਹਨਾਂ ਨੂੰ ਬਸ ਆਪਣੀ ਰੋਟੀ ਤੱਕ ਆਪਣੇ ਤੱਕ ਇਲੈਕਸ਼ਨ ਤੱਕ ਸੀਮਤ ਆ ਵੀ ਲੋਕਾਂ ਨੂੰ ਬੇਵਕੂਫ ਪਾਗਲ ਬਣਾ ਕੇ ਵੋਟਾਂ ਕਿੱਦਾਂ ਲੈਣੀਆਂ ਸੱਤਾ ਕਿੱਦਾਂ ਤੇ ਹੋਣੀ ਆ। ਪਰ ਲੋਕਾਂ ਦੇ ਜਿਹੜੇ ਮੰਗ ਮਸਲੇ ਆ ਉਹਨਾਂ ਨੂੰ ਹੱਲ ਕਿੱਦਾਂ ਕਰਨਾ ਉਹਨਾਂ ਨੂੰ ਵਿਚਾਰਨਾ ਕਿੱਦਾਂ ਆ ਵੀ ਲੋਕ ਆਪਣੇ ਹੱਕ ਲੈਣ ਲਈ ਬੈਠੇ ਆ। ਇਹਨਾਂ ਦਾ ਕਿਹੜੇ ਤਰੀਕੇ ਨਾਲ ਨਿਪਟਣਾ ਇਸ ਬੰਨੇ ਸਰਕਾਰ ਦਾ ਜਿਹੜਾ ਧਿਆਨ ਘੱਟ ਆ ਇਲੈਕਸ਼ਨਾਂ ਵਾਲੇ ਪਾਸੇ ਵੋਟਾਂ ਵਾਲੇ ਪਾਸੇ ਜ਼ੋਰ ਜ਼ਿਆਦਾ ਆ ਤੇ ਜਾਂ ਇਹਨਾਂ ਦਾ ਜ਼ੋਰ ਜਿਹੜਾ ਆ ਲੋਕਾਂ ਨੂੰ ਡਰਾ ਕੇ ਧਮਕਾ ਕੇ ਕਰੋਨਾ ਦੀ ਆੜ ਦੇ ਜਿਹੜੇ ਡੰਡੇ ਦੇ ਜ਼ੋਰ ਨਾਲ ਅੰਦਰ ਬਾੜਨ ਵਾਲਾ ਜਿਹੜਾ ਜ਼ੋਰ ਆ ਉਹ ਸਭ ਤੋਂ ਵੱਧ ਸਰਕਾਰ ਦਾ ਲੱਗਾ ਆ ਕਿ ਤਾਂ ਜੋ ਲੋਕ ਇਕੱਠੇ ਹੋ ਕੇ ਆਪਣਾ ਜਿਹੜਾ ਹੱਕ ਆ ਉਹ ਨਾ ਮੰਗ ਸਕਣ। ਇੱਥੇ ਵੇਖਣ ਵਾਲੀ ਗੱਲ ਆ ਜਿੰਨੇ ਸਾਡੇ ਕਿਸਾਨ ਮਾਤਾਵਾਂ ਭੈਣਾਂ ਬੈਠੀਆਂ ਆ ਕੋਈ ਇਹੋ ਜਿਹੀ ਕਰੋਨਾ ਵਾਲੀ ਬਿਮਾਰੀ ਨਹੀਂ ਕੋਈ ਇਹੋ ਜਿਹੀ ਮੌਤ ਨਹੀਂ ਹੋਈ। ਸਾਰੇ ਅਸੀਂ ਬੜੇ ਵਧੀਆ ਤਰੀਕੇ ਨਾਲ ਸੁਚਾਰੂ ਤਰੀਕੇ ਨਾਲ ਆਪਣੀ ਸਾਫ਼ ਸਫਾਈ ਕਰਕੇ ਸਾਰੇ ਪ੍ਰਬੰਧ ਕਰਕੇ ਇੱਥੇ ਬੈਠੇ ਆ। ਕੋਈ ਇਹੋ ਜਿਹੀ ਮਤਲਬ ਗੱਲ ਨਹੀਂ ਹੈਗੀ। ਕਰੋਨਾ ਨਾਲ ਸਾਡੀਆਂ ਮੌਤਾਂ ਘੱਟ ਹੋਣੀਆਂ ਪਰ ਜਿਹੜੀ ਖੇਤੀ ਮੰਡੀ ਮੋਦੀ ਸਰਕਾਰ ਨੇ ਤੋੜੀ ਆ ਦੇਸ਼ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਆ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਫ਼ ਨੰਗਾ ਹੋਏਗਾ। ਆਓ ਜਿਹੜੀ ਮੌਤ ਦਰ ਆ ਜਿੱਦਾਂ ਅੱਗੇ ਕਿਸਾਨ ਖੁਦਕਸ਼ੀਆਂ ਕਰ ਰਹੇ ਆ ਬੇਰੁਜ਼ਗਾਰ ਖੁਦਕਸ਼ੀਆਂ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਦਾਰ ਆ ਜਿਹੜੀ ਹੋਰ ਵਧੇਗੀ। ਉਹ ਕਹਿੰਦੇ ਵੀ ਖੁਦਕੁਸ਼ੀਆਂ ਕਿਸਾਨ ਪਹਿਲਾਂ ਵੀ ਕਰਦੇ ਸੀਗੇ ਉਹ ਚੀਜ਼ ਨੂੰ ਖਤਮ ਕਰਨ ਵਾਸਤੇ ਅਸੀਂ ਕਿਸਾਨਾਂ ਵਾਸਤੇ ਬਿੱਲ ਲੈ ਕੇ ਆ ਰਹੇ ਹਾਂ। ਕਿਸਾਨ ਕਹਿੰਦੇ ਵੀ ਹਾਲੇ ਤੱਕ ਸਾਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋਏ ਵੀ ਇਹ ਕਾਨੂੰਨ ਕਾਲੇ ਕਿਵੇਂ ਨੇ। ਅਸੀਂ ਇਹ ਮੋਦੀ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ ਠੀਕ ਆ 23 ਫਸਲਾਂ ਆ
ਦੋਵਾਂ ਫਸਲਾਂ ਦੇ ਉੱਤੇ ਖਰੀਦ ਦੀ ਗਾਰੰਟੀ ਹੈ, ਕਣਕ ਝੋਨੇ ਦੇ ਉੱਤੇ। ਜਿੱਥੇ ਤੁਸੀਂ ਫਲ ਜਿਹੜੀਆਂ ਸਬਜ਼ੀਆਂ ਪ੍ਰਾਈਵੇਟ ਅਦਾਰਿਆਂ 'ਚ ਜਿਹੜੀਆਂ ਤੁਹਾਡੀਆਂ ਵਿਕਦੀਆਂ ਖੁੱਲੇ, ਉੱਥੇ ਕੋਈ ਉਹਦਾ ਮੰਡੀ ਦਾ ਪ੍ਰਬੰਧ ਨਹੀਂਗਾ। ਕੀ ਸਾਡਾ ਜਿਹੜਾ ਫਲ ਬੀਜਣ ਵਾਲਾ ਕਿਸਾਨ ਆ ਉਹ ਖੁਸ਼ ਆ? ਜਿਹੜਾ ਸਬਜ਼ੀ ਵਾਲਾ ਖੁਸ਼ ਆ? ਬਿਹਾਰ ਦੇ ਵਿੱਚ ਜਿਹੜੀ ਆ ਉੱਥੇ ਖੇਤੀ ਮੰਡੀ ਹੈ ਨਹੀਂ, ਟੁੱਟੀ ਆ। ਉਹ ਜਿਹੜਾ ਉਹਨਾਂ ਦਾ ਜਿਹੜਾ ਅਨਾਜ ਆ, ਕਣਕ ਝੋਨਾ ਜਾ ਕੇ ਉਹ ਜਿਹੜਾ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਆਮ ਕਿਸਾਨਾਂ ਨੇ ਜਿਹੜੇ ਉਹਨਾਂ ਦੇ ਟਰੱਕ ਜਿਹੜੇ ਫੜੇ ਆ, ਫਿਰ ਜੇ ਇਹਨਾਂ ਦੀ ਉੱਥੇ ਇਹਨਾਂ ਨੇ ਪ੍ਰਬੰਧ ਨਹੀਂ ਕੀਤੇ, ਇਹਨਾਂ ਨੇ ਤੋੜੀ ਆ, ਤੇ ਉੱਥੇ ਉਹ ਉਹਨਾਂ ਦੀ ਕਿਸਾਨਾਂ ਦੀ ਕੀ ਹਾਲਤ ਆ? ਉਹ ਇਸ ਵਾਸਤੇ ਕਿਉਂ ਆਪਣਾ ਅਨਾਜ ਵੇਚਣ ਜਾ ਰਹੇ ਆ? ਇਹ ਸਭ ਸਾਡੇ ਸਾਹਮਣੇ ਜਿੰਦੀਆਂ ਜਾਗਦੀਆਂ ਉਦਾਹਰਨਾਂ ਆ। ਇਹ ਮਤਲਬ ਕਹਿਣ ਨੂੰ ਜਿਹੜਾ ਇਹਨਾਂ ਦਾ ਜਿਹੜਾ ਮੀਡੀਆ ਆ, ਸਾਡਾ ਗੋਦੀ ਮੀਡੀਆ, ਉਹ ਪ੍ਰਚਾਰ ਆਪਣੇ ਤਰੀਕੇ ਨਾਲ ਕਰਕੇ ਇਹ ਤਰੀਕੇ ਨਾਲ ਕਰ ਰਿਹਾ। ਆਪਾਂ ਇਹਨਾਂ ਨੂੰ 11 ਮੀਟਿੰਗਾਂ ਦੇ ਵਿੱਚ ਤੱਥਾਂ ਦੇ ਨਾਲ ਸਮਝਾ ਚੁੱਕੇ ਆ। ਇਹ ਮੋਦੀ ਸਰਕਾਰ ਨੂੰ ਇਹ ਹਾਲਾਕੀ ਤੌਰ ਤੇ ਹਰਾ ਕੇ ਬੈਠੇ ਆ। ਅਸੀਂ ਕਹਿੰਦੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਇਹ ਮੋਰਚੇ ਇਸੇ ਤਰੀਕੇ ਨਾਲ ਇੱਥੇ ਲੱਗੇ ਰਹਿਣਗੇ। ਬਿਲਕੁਲ ਜੀ, ਕਹਿੰਦੇ ਵੀ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਸੇ ਤਰੀਕੇ ਨਾਲ ਮੋਰਚੇ ਲੱਗੇ ਰਹਿਣਗੇ। ਕਹਿੰਦੇ ਵੀ ਹੁਣ ਪਤਾ ਨਹੀਂ ਕਰੋਨਾ ਨਾਲ ਹੋਇਆ ਕੁਛ ਕਿ ਆਕਸੀਜਨ ਦੀ ਘਾਟ ਕਰਕੇ ਹੋਇਆ ਕਿ ਕੀ ਹੋਇਆ ਕਿ ਨਹੀਂ ਹੋਇਆ, ਪਰ ਕਹਿੰਦੇ ਅਸੀਂ ਮੋਦੀ ਸਰਕਾਰ ਨੂੰ ਇਸ ਵੇਲੇ ਲਾਹਨਤਾਂ ਪਾ ਰਹੇ ਤੇ ਇਸ ਤਰੀਕੇ ਦੇ ਨਾਲ ਪੁਤਲੇ ਫੂਕ ਰਹੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ? ਇਸ ਵੇਲੇ ਪੁਤਲੇ ਜਿਹੜੇ ਨੇ ਫੂਕੇ ਜਾ ਰਹੇ ਨੇ ਮੋਦੀ ਸਾਹਿਬ ਦੇ, ਸਿਰਫ ਇਸ ਕਰਕੇ ਵੀ ਜਿਹੜਾ ਥੋੜਾ ਹਾਂਜੀ। ਦੇਖੋ ਜੀ, ਸਭ ਤੋਂ ਪਹਿਲਾਂ ਜੋ ਅੱਜ ਸਾਡਾ ਕੋਈ ਮਨ ਨਹੀਂ ਕਰਦਾ, ਦੇਸ਼ ਦਾ ਪ੍ਰਧਾਨ ਮੰਤਰੀ ਹੋਏ, ਸੁਪਰੀਮ ਚੇਅਰ ਤੇ ਬੈਠਾ ਹੋਏ, ਅਸੀਂ ਇਸ ਚੌਂਕ ਦੇ ਵਿੱਚ ਲਿਆ ਕੇ ਉਹਦੀ ਪੁਤਲਾ ਉਹਦੇ ਅਰਥੀ ਫੂਕੀ, ਸਾਡਾ ਮਨ ਨਹੀਂ ਕਰਦਾ। ਸਾਡੇ ਆਪਣੇ ਦੇਸ਼ ਦੀ ਗਰਮਾ ਘਟਦੀ ਆ, ਪਰ ਮਜਬੂਰ ਹੋ ਕੇ ਆਪਾਂ 5 ਮਹੀਨੇ ਤੋਂ ਸਾਡੇ ਬੱਚੇ, ਸਾਡੀਆਂ ਭੈਣਾਂ, ਬੀਬੀਆਂ, ਬਜ਼ੁਰਗ ਤਕਰੀਬਨ ਐਸੇ ਚੌਂਕਾਂ ਦੇ ਵਿੱਚ ਬੈਠੇ ਆ। ਪੰਜਾਬ 'ਚ ਬੈਠੇ ਰਹੇ, ਹੁਣ ਦਿੱਲੀ 'ਚ ਆ ਗਏ ਆ। 400 ਤੋਂ ਵੱਧ ਦੇ ਕਰੀਬ ਜਿਹੜੇ ਸਾਡੇ ਬਜ਼ੁਰਗ ਨੇ ਉਹ ਸ਼ਹੀਦ ਹੋ ਚੁੱਕੇ ਨੇ, ਆਪਣੀ ਜਾਨ ਗਵਾ ਚੁੱਕੇ ਨੇ। ਔਰ ਸਰਕਾਰ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਹੀ। ਸਰਕਾਰ ਆਪਣੀ ਨਾਕਾਮੀ ਨੂੰ ਲੁਕਾਉਣ ਵਾਸਤੇ, ਦੇਖੋ ਸਰਕਾਰ ਬਣੀ ਆ ਪਿਛਲੇ 7 ਸਾਲ ਤੋਂ ਚੱਲ ਰਿਹਾ ਕਾਲ ਇਹਨਾਂ ਦਾ। ਆਕਸੀਜਨ ਦੀ ਕਮੀ, ਆਪਾਤਕਾਲ ਦੇ ਵਿੱਚ ਕੋਈ ਭੁੱਖਮਰੀ ਫੈਲ ਜੇ, ਇਹ ਜ਼ਿੰਮੇਵਾਰੀਆਂ ਸਰਕਾਰ ਦੀਆਂ ਹੁੰਦੀਆਂ, ਲੋਕਾਂ ਦੀ ਨਹੀਂ। ਜੋ ਸਾਨੂੰ ਅਧਿਕਾਰ ਸੀ ਵੋਟ ਦਾ, ਅਸੀਂ ਵੋਟ ਪਾਤੀ, ਅਸੀਂ ਪ੍ਰਧਾਨ ਮੰਤਰੀ ਬਣਾਤਾ। ਹੁਣ ਪ੍ਰਧਾਨ ਮੰਤਰੀ ਦੇ ਵੀ ਕੋਈ ਫਰਜ਼ ਆ, ਆਪਣੀ ਆਵਾਮ ਵਾਸਤੇ ਫਰਕ ਆ, ਇਹਨਾਂ ਲੋਕਾਂ ਵਾਸਤੇ ਕੋਈ ਫਰਜ਼ ਬਣਦਾ। ਜਿਹੜੇ ਕਾਨੂੰਨ ਲੈ ਕੇ ਆਇਆ, ਸਭ ਤੋਂ ਵੱਡੀ ਗੱਲ ਇਹ ਆ, ਅਸੀਂ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਸੀ, ਘਰਾਂ 'ਚ ਬੈਠੇ ਸੀਗੇ। ਸਰਕਾਰ ਨੇ ਇਹ 3 ਆਰਡੀਨੈਂਸ ਦੇ ਉੱਪਰ ਮੋਹਰ ਲਾ ਕੇ ਬਿੱਲ ਬਣਾਤੇ, ਸਾਨੂੰ ਘਰਾਂ ਵਿੱਚੋਂ ਨਿਕਲਣ ਲਈ ਮਜਬੂਰ ਕਰਤਾ। ਇੱਕ ਪਾਸੇ ਕਹਿ ਰਹੀ ਹੈ ਸਰਕਾਰ ਕਰੋਨਾ ਵਾ, ਇੱਥੇ ਸਿਰ ਨਾਲ ਸਿਰ ਜੋੜ ਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੈਠੇ ਨੇ, ਕੋਈ ਬਿਮਾਰ ਨਹੀਂ ਹੋਇਆ, ਕਿਸੇ ਦੀ ਮੌਤ ਨਹੀਂ ਹੋਈ। ਹਾਂ, ਜਿਹਦੀ ਕਿਸੇ ਦੀ ਡੈਥ ਹੋਈ ਆ ਉਹ ਹਾਰਟ ਦਾ ਪੇਸ਼ੈਂਟ ਸੀ, ਕੋਈ ਕੈਂਸਰ ਦਾ ਪੇਸ਼ੈਂਟ ਸੀ, ਕੋਈ TB ਦਾ ਪੇਸ਼ੈਂਟ ਸੀਗਾ, ਦੂਸਰਾ ਤੀਸਰਾ ਸੀਗਾ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ IPL ਮੈਚ ਹੋ ਰਹੇ ਨੇ, ਉਹਦੇ ਵਿੱਚ ਬਾਹਰਲੇ ਮੁਲਕਾਂ ਤੋਂ ਜਿਹੜੇ ਖਿਡਾਰੀ ਆਏ ਹੋਏ ਨੇ ਉਹ ਛੱਡ ਕੇ IPL ਚਲੇ ਜਾਂਦੇ ਨੇ। ਵੀ ਇੱਧਰ ਦੇਸ਼ ਦੇ ਵਿੱਚ ਹਾਹਾਕਾਰ ਮਚ ਰਹੀ ਹੈ ਤੇ ਦੇਸ਼ ਦੇ ਵਿੱਚ ਇਹੋ ਜਿਹੇ ਮੈਚਾਂ ਦੇ ਉੱਤੇ ਇੰਨਾ ਪੈਸਾ ਕਿਵੇਂ ਲਾਇਆ ਜਾ ਰਿਹਾ, ਉਹਨਾਂ ਤੋਂ ਨਹੀਂ ਬਰਦਾਸ਼ਤ ਹੋਇਆ, ਉਹ ਮੈਚ ਛੱਡ ਕੇ ਚਲੇ ਗਏ, ਪਰ ਆਪਣੇ ਵਾਲਿਆਂ ਨੂੰ ਨਹੀਂ ਹਲੇ ਤੱਕ ਨਜ਼ਰ। ਸਾਡੇ ਲਈ ਤੁਸੀਂ ਸੋਸ਼ਲ ਮੀਡੀਆ ਬਹੁਤ ਸਤਿਕਾਰਯੋਗ ਆ, ਇਹਨਾਂ ਚੀਜ਼ਾਂ ਨੂੰ ਹੁਣ ਤੁਸੀਂ ਦੇਖਣਾ। ਅਸੀਂ ਤਾਂ ਇੱਥੇ ਬੈਠ ਕੇ ਅਸੀਂ ਇੱਥੋਂ ਤੱਕ ਕਹਿ ਰਹੇ ਹਾਂ ਵੀ ਆਪਣੀਆਂ ਗੱਡੀਆਂ ਵੇਚ ਕੇ, ਕਈ ਜ਼ਿਮੀਂਦਾਰ ਆਪਣੀਆਂ ਜ਼ਮੀਨਾਂ ਵੇਚ ਕੇ ਕਹਿ ਰਹੇ ਆ ਵੀ ਅਸੀਂ ਆਕਸੀਜਨ ਦੀ ਕਮੀ ਪੂਰੀ ਕਰਦੇ ਹਾਂ, ਅਸੀਂ ਲੈ ਕੇ ਆਉਂਦੇ ਹਾਂ। ਪਰ ਸਰਕਾਰ ਫੰਡ ਤੇ ਇਕੱਠੇ ਕਰ ਰਹੀ ਆ, ਰਾਹਤ ਫੰਡ ਇਕੱਠੇ ਕਰ ਰਹੀ ਆ, ਕਰੋਨਾ ਦੇ ਨਾਂ 'ਤੇ ਕਰ ਰਹੀ ਆ, ਆਕਸੀਜਨ ਦੇ ਨਾਂ 'ਤੇ ਕਰ ਰਹੀ ਆ, ਪਰ ਉਹਨੂੰ ਇੱਕ ਸਿਰੇ ਚਾੜਨ ਵਾਸਤੇ, ਉਹਨੂੰ ਮੁਕੰਮਲ ਰੂਪ ਵਿੱਚ ਸੁਚਾਰੂ ਤਰੀਕੇ ਨਾਲ ਚਲਾਉਣ ਵਾਸਤੇ ਕੋਈ ਕਦਮ ਨਹੀਂ ਚੁੱਕ ਰਹੀ। ਸਿੰਪਥੀ ਲੈਣਾ ਚਾਹੁੰਦੀ ਆ ਵਿਦੇਸ਼ਾਂ ਦੀ, ਵਰਲਡ ਦੀ। ਅਖੀਰ ਤੇ ਕਹਿ ਸਕਦਾ ਗੱਲ ਇਹ ਆ, ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਜਿਹੜੇ ਧਰਨੇ ਆ ਸਿੰਘੂ ਬਾਰਡਰ ਦੇ, ਟਿਕਰੀ ਦੇ, ਸ਼ਾਹਜਹਾਨਪੁਰ, ਗਾਜੀਪੁਰ, ਇਹ ਉਹਦੀ ਅੱਖਾਂ ਦੇ ਵਿੱਚ ਰੜਕ ਰਹੇ ਆ। ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚੁਕਾਉਣਾ ਚਾਹੁੰਦੀ ਆ, ਤਾਰਪੀੜੋ ਕਰਨਾ ਚਾਹੁੰਦੀ ਆ, ਜਿਹਦੇ ਕਰਕੇ ਸਾਰਾ ਮਾਇਆ ਜਾਲ ਜੋ ਚੱਕਰ ਵੀ ਰਚਿਆ ਗਿਆ ਵਾ। ਅਸਲ ਸੱਚ ਇਹ ਆ, ਜਿਹੜਾ ਦੇਸ਼ ਦਾ ਅੰਨਦਾਤਾ ਕਿਸਾਨ ਆ, ਜਿਹੜਾ ਲੋਕਾਂ ਨੂੰ ਪਾਲਦਾ, ਨਾ ਉਹ ਕਿਸੇ ਦੀ ਜਾਨ ਲੈ ਸਕਦਾ, ਨਾ ਹੀ ਉਹ ਆਪਣੇ ਦੇਸ਼ ਦੇ ਖਿਲਾਫ ਆ। ਅਸੀਂ ਅੱਜ ਵੀ ਮਾਣ ਨਾਲ ਕਹਿੰਦੇ ਅਸੀਂ ਭਾਰਤ ਜ਼ਿੰਦਾਬਾਦ, ਲੋਕਤੰਤਰ ਜ਼ਿੰਦਾਬਾਦ, ਤੇ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ, ਉਸੇ ਚੀਜ਼ ਨੂੰ ਲੈ ਕੇ ਤੁਰਿਆ ਜੀ। ਬਿਲਕੁਲ ਜੀ, ਇਸ ਵੇਲੇ ਜਿਵੇਂ ਕਿ ਗੱਲ ਕੀਤੀ ਹੈ ਵੀ ਸਿਰਫ ਕਾਨੂੰਨ ਰੱਦ ਕਰਵਾਉਣ ਦੀ ਇਹ ਜੰਗ ਹੈ ਕਿ ਸਰਕਾਰ ਦੇ ਨਾਲ ਇਸ ਕਰਕੇ ਹੈ ਕਿਉਂਕਿ ਸਰਕਾਰ ਇਹ ਕਾਨੂੰਨ ਲੈ ਕੇ ਆ ਰਹੀ ਹੈ। ਸਰਕਾਰ ਨੂੰ ਜਗਾਉਣ ਵਾਸਤੇ ਹੁਣ ਅੱਗੇ ਕੀ ਕਰ ਰਹੇ ਹੋ? ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਅੱਗੇ ਦੀ ਕੀ ਰਣਨੀਤੀਆਂ ਲੈ ਕੇ ਆ ਰਹੇ ਹੋ? ਜਿਹੜਾ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਲਗਭਗ 1 ਸਾਲ ਤੋਂ ਲੱਗੇ ਪਏ ਆ। ਅਸੀਂ ਤਾਂ ਕਹਿੰਦੇ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਜੇ ਕੋਈ ਸਰਕਾਰ ਨਾਂ ਦੀ ਚੀਜ਼ ਹੁੰਦੀ ਤੇ ਇੱਥੇ ਜਿਹੜੇ ਮਸਲੇ ਜਦੋਂ ਅਸੀਂ ਪੰਜਾਬ 'ਚ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ, ਇਹ ਸ਼ਾਇਦ ਉੱਥੇ ਕਿਸ ਤਰੀਕੇ ਨਾਲ ਇਹ ਨਿਬੜ ਸਕਦਾ, ਸਿਮਟ ਸਕਦਾ। ਅਸੀਂ ਕਹਿੰਦੇ ਆ ਵੀ ਜਿਹੜੀਆਂ ਸਰਕਾਰਾਂ ਆ ਇਹ ਰਾਜ ਕਰਨ ਤੱਕ ਤੇ ਵੋਟਾਂ ਲੈਣ ਤੱਕ ਆ, ਲੋਕਾਂ ਦੇ ਮੰਗ ਮਸਲੇ ਨੂੰ ਹੱਲ ਕਰਾਉਣ ਵਾਸਤੇ, ਨਿਪਟਾਉਣ ਵਾਲੇ ਪਾਸੇ ਨਹੀਂਗਾ। ਜਾਂ ਮੋਦੀ ਸਰਕਾਰ ਕੋਈ ਇਹੋ ਜਿਹੇ ਛੜਯੰਤਰ ਰਚ ਕੇ ਜਿਹੜਾ ਇੱਥੇ ਅੱਤਵਾਦੀ, ਵੱਖਵਾਦੀ, ਨਕਸਲਵਾਦੀ, ਪਤਾ ਨਹੀਂ ਕਿੰਨੇ ਕੁ ਨਾਂ ਦਿੱਤੇ ਆ। ਪਿੱਛੇ ਜੇ ਇੱਥੇ ਇਹਨੂੰ ਸਾਫ਼ ਕਰਨ ਦਾ ਨਾਂ ਦਿੱਤਾ ਹੈਗਾ ਵੀ ਮੋਰਚੇ ਠਾ ਦੇਣੇ ਆ, ਮਤਲਬ ਗੁੰਡਾਗਰਦੀ ਵਾਲੀਆਂ ਹਰਕਤਾਂ। ਪਿਛਲੀ ਵਾਰੀ ਇੱਥੇ ਸਟੇਜ ਦੇ ਉੱਪਰ ਜਿਹੜਾ ਪਥਰਾਬਾਜ਼ੀ ਕੀਤੀ ਗਈ, ਪੱਥਰਬਾਜ਼ੀ, ਇੱਥੇ ਮਤਲਬ ਉੱਤੇ
ਬੰਬ ਸੁੱਟੇ ਗਏ ਆ। ਮਤਲਬ ਡੰਡੇ ਦੇ ਜ਼ੋਰ ਨਾਲ ਸਰਕਾਰ ਉਠਾਉਣਾ ਚਾਹੁੰਦੀ ਆ। ਅਸੀਂ ਕਹਿੰਦੇ ਆ ਵੀ ਜਿਹੜੇ ਇਹਨਾਂ ਦੀਆਂ ਤਨਖਾਹਾਂ ਏਡੇ ਏਡੇ ਦਿਮਾਗ ਅੰਦਰ ਬੈਠੇ ਆ, ਇਹਨਾਂ ਦੇ ਅੰਦਰ ਵਜ਼ੀਰ ਸੰਤਰੀ ਮੰਤਰੀ ਬੈਠੇ ਆ, ਅਸੀਂ ਉਹਨਾਂ ਗਾੜੀ ਬੇਨਤੀ ਕਰਦੇ ਵੀ ਇਹਨਾਂ ਨੂੰ ਸਮਝਾਉਣ ਦੇ ਵਿੱਚ ਅਫਸਰਸ਼ਾਹੀ ਬਹੁਤ ਸਿਆਣੀ ਬੈਠੀ ਆ। ਅਫਸਰਸ਼ਾਹੀ ਦਾ ਹੱਥ ਹੁੰਦਾ ਸਰਕਾਰਾਂ ਨੂੰ ਚਲਾਉਣ ਦੇ ਵਿੱਚ। ਅਫਸਰਸ਼ਾਹੀ ਅੱਗੇ ਆਣ ਕੇ ਇਹਨਾਂ ਨੂੰ ਸਮਝਾ ਕੇ ਇਹ ਲੋਕਾਂ ਦੇ ਮੰਗ ਮਸਲੇ ਜਿਹੜੇ ਆ ਜਲਦੀ ਹੱਲ ਕਰਵਾਵੇ। ਬਿਲਕੁਲ ਜੀ, ਅਫਸਰਸ਼ਾਹੀ ਕਹਿੰਦੇ ਉਹਨਾਂ ਨੂੰ ਅਪੀਲ ਹੈ ਵੀ ਉਹ ਕਿਸੇ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੇ ਐਡਵਾਈਜ਼ਰ ਨੇ ਉਹ ਕਿਸੇ ਤਰੀਕੇ ਦੇ ਨਾਲ ਜਿਹੜੇ ਇੰਨੀ ਤਨਖਾਹ ਲੈਂਦੇ ਨੇ, ਕਹਿੰਦੇ ਵੀ ਉਹ ਇਹਨਾਂ ਨੂੰ ਮਤ ਦੇਣ ਕਿਸੇ ਤਰੀਕੇ ਵੀ। ਇਹ ਕਾਨੂੰਨ ਜਿਹੜੇ ਨੇ ਉਹ ਰੱਦ ਹੋਣੇ ਚਾਹੀਦੇ ਨੇ। ਕਿਸਾਨਾਂ ਦੀ ਮੌਤ ਦਾ ਵਾਰੰਟ ਕਿਉਂਕਿ ਇਹ ਕਾਨੂੰਨ ਬਣ ਕੇ ਸਾਬਿਤ ਹੋਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉੱਤੇ ਇਸ ਵੇਲੇ ਮੌਜੂਦ ਸੀਗੇ। ਉੱਥੇ ਮੋਦੀ ਸਾਹਿਬ ਦੀ ਅਰਥੀ ਦਾ ਪੁਤਲਾ ਜਿਹੜਾ ਉਹ ਫੂਕਿਆ ਗਿਆ। ਇਸ ਵੇਲੇ ਕਹਿੰਦੇ ਵੀ ਹੁਣ ਪਤਾ ਨਹੀਂ ਹੈਗਾ ਕੀ ਹੋਇਆ ਕਿ ਨਹੀਂ ਹੋਇਆ, ਪਰ ਅਸੀਂ ਚਾਹੁੰਦੇ ਆ ਵੀ ਇਹ ਕਾਨੂੰਨ ਰੱਦ ਹੋਣ। ਇਸ ਤੋਂ ਬਾਅਦ ਕਹਿੰਦੇ ਅਮਿਤ ਸ਼ਾਹ ਤੇ ਉਧਰੋਂ ਦੀ ਤੋਮਰ ਸਾਹਿਬ ਤੋਂ ਚਾਹਾਂਗੇ ਵੀ ਉਹ ਕਾਨੂੰਨਾਂ ਨੂੰ ਰੱਦ ਕਰ ਦੇਣ। ਇੱਥੇ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਰੋਸ ਮੁਜ਼ਾਹਰਾ ਜਾਰੀ ਹੈ। ਜਿਹੜੇ ਕਿਸਾਨ ਨੇ ਉਹ ਇਸੇ ਤਰੀਕੇ ਦੇ ਨਾਲ ਡਟੇ ਹੋਏ ਨੇ। ਉਹਨਾਂ ਦਾ ਕਹਿਣਾ ਬਸ ਇੱਕੋ ਹੀ ਵੀ ਕਾਨੂੰਨ ਜਦੋਂ ਰੱਦ ਹੋ ਜਾਣਗੇ ਤੇ ਅਸੀਂ ਉੱਠ ਕੇ ਚਲੇ ਜਾਵਾਂਗੇ, ਕਿਉਂਕਿ ਸਰਕਾਰ ਦਾ ਧਿਆਨ ਇਸ ਵੇਲੇ ਡੰਡੇ ਦੇ ਜ਼ੋਰ ਤੇ ਉਠਾਉਣ ਦਾ ਜ਼ਰੂਰ ਹੈਗਾ, ਪਰ ਕਾਨੂੰਨਾਂ ਨੂੰ ਰੱਦ ਕਰਨ ਵੱਲ ਧਿਆਨ ਨਹੀਂ ਹੈਗਾ। ਜਦੋਂ ਉਹ ਧਿਆਨ ਹੋਊਗਾ ਤੇ ਇਹ ਜਿਹੜਾ ਕਿਸਾਨੀ ਮੋਰਚਾ ਇਹ ਵੀ ਉਦੋਂ ਹੀ ਉੱਠੂਗਾ। ਕੈਮਰਾਮੈਨ ਡਿੰਪੀ ਦੇ ਨਾਲ ਮੈਂ ਅਨੂ ਕੋੜਾ।